ਹੈਲੋ, ਸਵਾਗਤ ਹੈ ਜੀ ਆਰ ਸਿੰਘ ਜੀ ਇੰਡੋਜ਼ ਟੀਵੀ ਤੇ। ਹਾਂਜੀ, ਧੰਨਵਾਦ ਜੀ। ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ। ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਆ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਸਰਕਾਰ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ, ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ, ਬਿਲਕੁਲ। ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ, ਬਿਲਕੁਲ ਜੀ। ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ। ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ, ਬਿਲਕੁਲ ਨਹੀਂ ਜੀ। ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ, ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ ਹੈ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸੱਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੀ ਆਰ ਸਿੰਘ ਜੀ ਇੰਡੋਜ਼ ਟੀਵੀ ਤੇ। ਹਾਂਜੀ, ਧੰਨਵਾਦ ਜੀ। ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ
ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟੀਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਉਹਨਾਂ ਨੂੰ, ਤੇ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ। ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ। ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ। ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ ਬਿਲਕੁਲ ਨਹੀਂ ਜੀ, ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ। ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸਾਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ TV ਤੇ। ਹਾਂਜੀ ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਆ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟੀਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ।
ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂ ਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਸਰਕਾਰ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਹੁਣ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ। ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ। ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ, ਬਿਲਕੁਲ ਨਹੀਂ ਜੀ। ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ। ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸੱਥ ਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂ ਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ। ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ TV ਤੇ। ਹਾਂਜੀ, ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ? ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂ ਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ
15% ਹੈ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਉਹਨਾਂ ਨੂੰ, ਤੇ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ। ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ। ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ ਬਿਲਕੁਲ ਨਹੀਂ ਜੀ, ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ, ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਤੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸਾਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂ ਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ TV ਤੇ। ਹਾਂਜੀ ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਆ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਹੈ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ।
ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ। ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ, ਬਿਲਕੁਲ ਨਹੀਂ ਜੀ। ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ, ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸੱਥ ਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ TV ਤੇ। ਹਾਂਜੀ, ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ? ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ, ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ, ਬਿਲਕੁਲ। ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ।
ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਹੁਣ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ ਬਿਲਕੁਲ ਨਹੀਂ ਜੀ, ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ, ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ, ਪਰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸਾਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂ ਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ TV ਤੇ। ਹਾਂਜੀ ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜਾ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਹੁਣ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ
ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ ਤੇ ਸੱਥ ਸਮੇਂ-ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ, ਬਿਲਕੁਲ ਨਹੀਂ ਜੀ। ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ, ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ ਹੈ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਬੜੀ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸਾਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ ਟੀਵੀ ਤੇ। ਹਾਂਜੀ, ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ, ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜਾ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ, ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ, ਬਿਲਕੁਲ। ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ, ਬਿਲਕੁਲ ਜੀ। ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ, ਬਿਲਕੁਲ ਨਹੀਂ ਜੀ। ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ,
ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ। ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸਾਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ, ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ। ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ ਟੀਵੀ ਤੇ। ਹਾਂਜੀ, ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ, ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਆ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ, ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ, ਬਿਲਕੁਲ। ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤਾਂ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ, ਬਿਲਕੁਲ ਜੀ। ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਹੁਣ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ। ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ, ਬਿਲਕੁਲ ਨਹੀਂ ਜੀ। ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ ਸਾਡੇ ਮੈਂਬਰ ਗਏ ਸੀ। ਉਹਨਾਂ ਵੱਲੋਂ ਸਾਰੀ ਜਿਹੜੀ ਗੱਲਬਾਤ ਆ ਉਹਨਾਂ ਸਾਹਮਣੇ ਖੋਲ ਕੇ ਰੱਖੀ ਗਈ। 2-2.5 ਘੰਟੇ ਮੀਟਿੰਗ ਚੱਲੀ ਆ, ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਰਿਟਨ 'ਚ ਵੀ ਦਿੱਤਾ ਆ। ਪਰ ਉਹਨਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਭਰੋਸਾ ਜ਼ਰੂਰ ਦਿੱਤਾ ਗਿਆ, ਪਰ ਪਿਛਲੇ 1 ਹਫ਼ਤੇ ਤੋਂ ਉਹਨਾਂ ਵੱਲੋਂ ਇਸ ਉੱਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸੀਰੀਅਸ ਲਵੇ। ਮੌਜੂਦਾ ਸਰਕਾਰ ਨੇ ਤਾਂ ਯੂਨੀਵਰਸਿਟੀ ਨੂੰ ਫੰਡ ਵੀ ਦਿੱਤੇ ਆ
ਤੇ ਹੋਸਟਲ ਨਵਾਂ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸੋ ਜੇ ਪੰਜਾਬ ਦੇ ਫੰਡ ਦੇ ਨਾਲ ਯੂਨੀਵਰਸਿਟੀ ਚੱਲ ਰਹੀ ਆ ਤੇ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਸਿੱਖਿਆ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਆ ਤੇ 2 MLA, ਇਹ 5 ਜਣੇ ਐਕਸ ਅਫੀਸ਼ੀਅਲ ਮੈਂਬਰ ਹੁੰਦੇ ਸੈਨੇਟ ਦੇ, ਜਿਹੜੀ ਗਵਰਨਿੰਗ ਬੋਡੀ ਆ। ਸੋ ਪੰਜਾਬ ਦਾ ਸਿੱਧਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਸਰਵਿਸ ਰੂਲ ਦੇ ਮੁਤਾਬਕ ਚੱਲਦੀ ਹੈ। ਸੋ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਮਜ਼ਬੂਤੀ ਨਾਲ ਕੇਸ ਰੱਖਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਕਿ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਚੋਣਾਂ ਸਿਰ ਦੇ ਹੋਣ ਦੇ ਬਾਵਜੂਦ ਵੀ ਉਹ ਇਸ ਮੁੱਦੇ ਪ੍ਰਤੀ ਸੈਂਸਿਟਿਵ ਨਹੀਂ ਹੈਗੇ। ਹੁਣ ਅਗਲੇਰੀ ਕਾਰਵਾਈ ਕੀ ਸੱਥ ਦੇ ਵੱਲੋਂ ਕੋਈ ਪ੍ਰੋਗਰਾਮ ਲਿਖੇ ਗਏ ਨੇ ਜੋ ਗਾਂਹ ਵਾਲੇ ਪ੍ਰੋਗਰਾਮ ਹੋਣਗੇ? ਕੱਲ ਉੱਥੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਵੱਡਾ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਚ ਸਟੂਡੈਂਟਸ ਤੇ ਆਏ ਸੀ ਤੇ ਕੱਲ ਸਾਰਾ ਦਿਨ ਗੱਲਬਾਤ ਚੱਲਦੀ ਰਹੀ ਆ ਤੇ ਉਹ ਕਿਸੇ ਵੀ ਤਨ ਪਤਨ ਨਹੀਂ ਲੱਗੀ। ਉਹ ਹੁਣ ਸੋਮਵਾਰ ਤੋਂ ਜਿਹੜੀ ਅਗਲੀ ਕਾਰਵਾਈ ਆ, ਪ੍ਰੋਟੈਸਟ ਸਾਦਾ ਉਵੇਂ ਚੱਲਦਾ ਰਹੂਗਾ। ਉਹਦੇ ਵਿੱਚ ਜਿੰਨੀ ਮਹਾਰਾਜ ਨੇ ਸਮਰੱਥਾ ਬਖਸ਼ੀ ਆਪਾਂ ਜਿਹੜੀ ਗੱਲ ਪੰਜਾਬ ਦੀ ਰਾਖਵਾਂਕਰਨ ਪਾਲਿਸੀ ਲਾਗੂ ਕਰਾਉਣ ਲਈ ਕਰਦੇ ਰਵਾਂਗੇ, ਚਾਹੇ ਇਹਨਾਂ ਨੇ ਜ਼ਬਰ ਦਾ ਤਰੀਕਾ ਵਰਤਿਆ ਆ, ਪਰ ਆਪਾਂ ਉਸ ਗੱਲ ਤੋਂ ਫਿਰ ਵੀ ਪਿੱਛੇ ਨਹੀਂ ਹਟਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ। ਹੈਲੋ, ਸਵਾਗਤ ਹੈ ਜੁਝਾਰ ਸਿੰਘ ਜੀ ਇੰਡੋਜ਼ ਟੀਵੀ ਤੇ। ਹਾਂਜੀ ਧੰਨਵਾਦ ਜੀ। ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ, ਕੀ ਮਸਲਾ ਹੈਗਾ ਪੂਰਾ ਪ੍ਰੋਪਰ ਜਾਣਕਾਰੀ ਦਿਓਗੇ? ਹਾਂਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ 12 ਕੁ ਸਾਲ ਬਾਅਦ ਪ੍ਰੋਫੈਸਰਾਂ ਦੀ ਜਿਹੜੀ ਰੈਗੂਲਰ ਭਰਤੀ ਆਈ ਹੈ ਜੀ, ਤੇ ਇਸ ਭਰਤੀ ਦੇ ਵਿੱਚ ਜਿਹੜੀ ਪੰਜਾਬ ਦੀ ਸਰਵਿਸ ਰੂਲ ਲੱਗਦੇ ਆ ਉਹ ਨਹੀਂ ਲਾਏ ਜਾ ਰਹੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ EMPLOYEE ਆ ਉਹ ਪੰਜਾਬ ਸਰਵਿਸ ਰੂਲ ਦੇ ਅੰਡਰ ਰਿਕਰੂਟ ਹੁੰਦੇ ਆ। ਪਰ ਇੱਥੇ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਆਰਬਿਟਰੇਰੀ ਰਿਜ਼ਰਵੇਸ਼ਨ ਪਾਲਿਸੀ ਲਾਈ ਜਾ ਰਹੀ ਆ, ਜਿਹਦਾ ਝੁਕਾਅ ਬਹੁਤਾ ਸੈਂਟਰ ਵੱਲ ਆ। ਉਹਦੇ ਚ ਪੰਜਾਬ ਦੀ ਰਾਖਵਾਂਕਰਨ ਨੀਤੀ ਨਹੀਂ ਲਾਈ ਜਾ ਰਹੀ, ਜਿਸ ਦਾ ਵਿਰੋਧ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿਛਲੇ 19 ਦਿਨਾਂ ਤੋਂ ਕੀਤਾ ਜਾ ਰਿਹਾ। ਇਹਦੇ ਦੌਰਾਨ ਗੱਲਬਾਤ ਵੀ ਚੱਲੀ ਆ, ਪਰ ਯੂਨੀਵਰਸਿਟੀ ਵੱਲੋਂ ਕੋਈ ਵੀ ਇਹਦੇ ਵਿੱਚ ਸੈਟਿਸਫਾਈਂਗ ਜਿਹੜਾ ਆ ਉਹ ਫੈਸਲਾ ਨਹੀਂ ਲਿਆ ਗਿਆ, ਜਿਹਦੇ ਕਰਕੇ ਪ੍ਰੋਟੈਸਟ ਚੱਲ ਰਿਹਾ ਹੈ। ਤੇ ਜਿਹੜੀ ਨੀਤੀ ਯੂਨੀਵਰਸਿਟੀ ਵੱਲੋਂ ਲਾਈ ਜਾ ਰਹੀ ਰਾਖਵਾਂਕਰਨ ਦੀ, ਉਹਦੇ ਤਹਿਤ ਪੰਜਾਬ ਦੇ ਜਿਹੜੇ ਦਲਿਤ ਭਾਈਚਾਰੇ ਨਾਲ SC ਤੇ BC ਭਾਈਚਾਰੇ ਨਾਲ ਸਿੱਧਾ ਧੱਕਾ ਆ, ਜਿੱਥੇ ਪੰਜਾਬ ਦੀ ਪਾਲਿਸੀ ਅਧੀਨ ਉਹਨਾਂ ਨੂੰ 25% ਦੀ ਰਾਖਵਾਂ ਕੋਟਾ SC ਭਾਈਚਾਰੇ ਨੂੰ ਮਿਲਦਾ ਆ ਤੇ 12% ਦੀ ਬੈਕਵਰਡ ਕਲਾਸ ਜਿਹੜੇ BC ਭਾਈਚਾਰੇ ਨੂੰ ਮਿਲਦਾ ਆ। ਉਹ ਜਿਹੜੀ ਪਾਲਿਸੀ ਯੂਨੀਵਰਸਿਟੀ ਲਾ 15% ਆ ਤੇ BC ਵਾਸਤੇ ਬਿਲਕੁਲ 0 ਕੋਟਾ ਆ। ਇਹ ਵੀ ਪਤਾ ਲੱਗਿਆ ਸੀ ਕਹਿੰਦੇ ਕਿ ਸੱਥ ਦੇ ਵਿਦਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਵੇਗਾ, ਰੈਸਟੀਗੇਟ ਕਰ ਦਿੱਤਾ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ 29 ਤਰੀਕ ਨੂੰ ਸੱਥ ਵੱਲੋਂ VC ਦਫ਼ਤਰ ਦੇ ਘਿਰਾਓ ਦੀ ਕਾਲ ਦਿੱਤੀ ਗਈ ਸੀ। ਉਸ ਦਿਨ ਪੁਲਿਸ ਵੱਲੋਂ 7 ਮੈਂਬਰ ਜਿਹੜੇ ਸਾਡੀ ਜਥੇਬੰਦੀ ਦੇ ਡਿਟੇਨ ਕੀਤੇ ਗਏ ਸੀ, ਜਿਨ੍ਹਾਂ ਨੂੰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਤੇ ਉਸ ਤੋਂ ਅਗਲੇ ਦਿਨ ਯੂਨੀਵਰਸਿਟੀ ਨੇ ਇੱਕ ਕਮੇਟੀ ਬਣਾ ਕੇ ਡਿਸਪਲਿਨਰੀ ਐਕਸ਼ਨ ਦੇ ਨਾਮ ਹੇਠ ਸੱਥ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜੇ ਮੁੱਖ ਸਾਡੇ ਅਹੁਦੇਦਾਰ ਆ, ਜਿਹਦੇ ਵਿੱਚ ਸਾਡਾ ਕੈਂਪਸ ਦਾ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਬੁਲਾਰਾ, ਖਜ਼ਾਨਚੀ ਸਮੇਤ 7 ਮੈਂਬਰ ਸੱਥ ਦੇ ਜਿਹੜੇ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤੇ ਗਏ ਆ। ਇਸੇ ਮਹੀਨੇ ਸਾਰਿਆਂ ਦੇ ਪੇਪਰ ਨੇ। ਉਹਦੇ ਵਿੱਚੋਂ 2 ਫਾਈਨਲ ਈਅਰ ਦੇ ਵਿਦਿਆਰਥੀ ਨੇ ਤੇ ਉਹਨਾਂ ਦੀ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ, ਉਹਨਾਂ ਨੂੰ ਤੇ ਯੂਨੀਵਰਸਿਟੀ ਐਂਟਰੀ ਬੰਦ ਕੀਤੀ ਗਈ ਹੈ। ਹਾਂਜੀ, ਕਾਰਨ ਕੀ ਮੰਨਦੇ ਹੋ ਪੂਰਾ? ਕੀ ਇਹ ਇੱਕ ਚਿਹਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਉਂ ਸੱਥ ਇਲੈਕਸ਼ਨਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਫੇਰ ਸੱਥ ਇੱਕ ਵਾਰ ਨਿਸ਼ਾਨੇ ਤੇ ਆ? ਹਾਂ ਬਿਲਕੁਲ ਜੀ, ਆਪਾਂ ਉਹੀ ਦੇਖਦੇ ਹਾਂ ਕਿ ਇਹਨਾਂ ਨੂੰ ਕਿਉਂਕਿ ਜਿਹੜੀ ਯੂਨੀਵਰਸਿਟੀ ਆ ਇੱਥੇ ਸਿੱਧਾ RSS ਦਾ ਸੰਘ ਦਾ ਕਬਜ਼ਾ ਹੋ ਚੁੱਕਾ। ਪਿਛਲਾ VC ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਤੇ ਹੁਣ ਮੌਜੂਦਾ VC ਜਿਹੜੀ ਮੈਡਮ ਆ ਉਹ ਵੀ ਉਹਨਾਂ ਵੱਲੋਂ ਲਾਈ ਗਈ ਆ ਤੇ ਉਹਨਾਂ ਦੇ ਅਨੁਸਾਰ ਹੀ ਸਾਰੇ ਫੈਸਲੇ ਇੱਥੇ ਚੱਲ ਰਹੇ ਆ। ਤੇ ਸੱਥ ਸਮੇਂ ਜਿਹੜੇ ਉਹ ਫੈਸਲੇ ਆ, ਜਿਹੜਾ ਕੋਈ ਪੰਜਾਬ ਵਿਰੋਧੀ ਫੈਸਲਾ ਹੁੰਦਾ ਆ, ਆਪਾਂ ਉਹਦਾ ਡਟ ਕੇ ਵਿਰੋਧ ਕਰਦੇ ਆ, ਜਿਸ ਕਰਕੇ ਜਿਹੜਾ ਜਥੇਬੰਦੀ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਡੇ ਵੱਲੋਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਕਿਸੇ ਹੋਰ ਮਿਨਿਸਟਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ ਬਿਲਕੁਲ ਨਹੀਂ ਜੀ, ਆਪਾਂ ਸਗੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਕੋਲ ਗਏ ਸੀ ਡੈਲੀਗੇਟ ਲੈ ਕੇ, ਜਿਹਦੇ ਵਿੱਚ ਸੱਥ ਦੇ